ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦੇ 33ਵੇਂ ਅੰਗ ਦਾ ਬਾਕੀ ਦਾ ਭਾਗ। ਓ ਅਹਿਮਦ ਖਾਨ ਉੱਡ ਕੇ ਹੇਠਾਂ ਉਤਰਿਆ। ਇਹ ਤੋਂ ਥੋੜ੍ਹਾ ਚਿਰ ਪਿੱਛੋਂ ਕੁਲਦੀਪ ਆਪਣੇ ਉਸ ਪੁਰਾਣੇ ਮਿੱਤਰ ਦੀ ਗੋਦੀ 'ਚ ਸਿਰ ਰੱਖ ਕੇ ਰੋ ਪਿਆ। ਜ਼ੁਬੈਦਾ ਤੇ ਅਹਿਮਦ ਉਹਦੇ ਅੱਥਰੂ ਪੂੰਝ ਰਹੇ ਸਨ। ਕਮਰੇ ਦੀ ਫਿਜ਼ਾ ਪਿਆਰ ਦੇ ਦਰਦ ਨਾਲ ਭਰੀ ਹੋਈ ਸੀ। ਅਹਿਮਦ ਖਾਨ ਨੂੰ ਉਹਦੀ ਮੌਜੂਦਾ ਬਿਪਤਾ ਦਾ ਪਤਾ ਲੱਗਾ। ਸੁਣ ਕੇ ਦੋਵਾਂ ਪਤੀ ਪਤਨੀ ਦੇ ਦਿਲ ਦੁੱਖ ਭਰੀ ਹਮਦਰਦੀ ਨਾਲ ਘਾਉ ਮਾਊ ਹੋਣ ਲੱਗੇ। ਪੌਣੇ ਸਾਲ ਪਿੱਛੋਂ ਇੱਕ ਵਾਰੀ ਫਿਰ ਦੋਵਾਂ ਦੋਸਤਾਂ ਨੇ ਰਲ ਕੇ ਦੁੱਖ ਸੁੱਖ ਫੋਲੇ। ਵਿਚਾਰੀ ਇਹ ਜੋੜੀ ਜਿਹਨਾਂ ਰੀਝਾਂ ਨੂੰ ਲੈ ਕੇ ਆਈ ਸੀ, ਉਹਨਾਂ 'ਚ ਸਿਰਫ ਇੱਕ ਹੀ ਪੂਰੀ ਹੋਈ, ਕੁਲਦੀਪ ਨੂੰ ਮਿਲਣ ਦੀ। ਬਾਕੀ ਸਭ ਦਿਲਾਂ 'ਚ ਹੀ ਦੱਬੀਆਂ ਰਹਿ ਗਈਆਂ। ਸਤਵੰਤ ਲਈ ਕੱਪੜਿਆਂ ਦਾ ਜੋੜਾ, ਅੰਗਰੇਜ਼ੀ ਸਾਬਣ ਦਾ ਇੱਕ ਵਧੀਆ ਡੱਬਾ, ਕੁਝ ਹੋਰ ਇਹੋ ਜਿਹੀਆਂ ਛੋਟੀਆਂ-ਮੋਟੀਆਂ ਸੌਗਾਤਾਂ ਜ਼ੁਬੈਦਾ ਲਿਆਈ ਸੀ। ਪਰ ਹੁਣ ਉਹ ਕਿਹਨੂੰ ਦਵੇ? ਉਹਦੇ ਅੱਥਰੂ ਨਹੀਂ ਸੀ ਰੁਕਦੇ। ਕੁਲਦੀਪ ਦੇ ਕਾਕੇ ਨੂੰ ਸੀਨੇ ਨਾਲ ਲਾ ਕੇ ਪਠਾਣੀ ਦਾ ਹਿਰਦਾ ਘੜਿਆਂ ਪਾਣੀ ਉਲੱਦ ਰਿਹਾ ਸੀ। ਬੱਚੇ ਨੂੰ ਦੇਖ ਕੇ ਉਹ ਕਲਪਨਾ ਦੁਆਰਾ ਸਤਵੰਤ ਦੀ ਸ਼ਕਲ ਚਿੱਤਰ ਰਹੀ ਸੀ। ਕਿੰਨੀ ਸੋਹਣੀ ਹੋਏਗੀ ਉਹ, ਜਿਹਦਾ ਬੱਚਾ ਐਡਾ ਸੋਹਣਾ ਹੈ। ਕੁਲਦੀਪ ਨੂੰ ਜਿਵੇਂ ਡੁੱਬਦੇ ਨੂੰ ਕਿਸ਼ਤੀ ਮਿਲ ਗਈ। ਕਿਸ ਤਰ੍ਹਾਂ ਉਹਦੇ ਜੇਲ੍ਹੋਂ ਆਉਣ ਤੋਂ ਪਹਿਲਾਂ ਸਤਵੰਤ ਨੇ ਆਪਣੇ ਆਖਰੀ ਸਵਾਸਾਂ ਤੱਕ ਉਹਦੀ ਉਡੀਕ 'ਚ ਸਮਾਂ ਬਿਤਾਇਆ। ਉਸ ਤੋਂ ਬਾਅਦ ਉਹਨੇ ਇਹ ਮਹੀਨੇ ਕਿਵੇਂ ਤੇ ਕਿਹਨਾਂ ਹਾਲਾਤਾਂ 'ਚ ਬੀਤੇ, ਕੁਲਦੀਪ ਸੁਣਾਈ ਜਾਂਦਾ ਤੇ ਦੋਵੇਂ ਪਤੀ ਪਤਨੀ ਹੰਝੂਆਂ ਦੇ ਬੱਦਲ ਵਰਾਉਂਦੇ ਸੁਣੀ ਜਾਂਦੇ। ਅੱਜ ਦੀ ਲਗਭਗ ਸਾਰੀ ਰਾਤ ਦੁੱਖ ਸੁੱਖ ਫੋਲਦਿਆਂ ਬੀਤ ਗਈ। ਤਿੰਨਾਂ 'ਚੋਂ ਕੋਈ ਵੀ ਨਹੀਂ ਸੀ ਸੁੱਤਾ, ਪਰ ਕੁਲਦੀਪ ਦੀ ਹਾਲਤ ਵੇਖ ਕੇ ਉਹਨੂੰ ਸਭ ਕੁਝ ਭੁੱਲ ਗਿਆ। ਇਸ ਤਰ੍ਹਾਂ ਦੀ ਦਲਦਲ ਵਿੱਚ ਫਸੀ ਜਵਾਨ ਕਿਸ਼ਤੀ ਨੂੰ ਕਿਵੇਂ ਕੱਢਿਆ ਜਾਏ? ਪਤੀ ਪਤਨੀ ਇਸੇ ਚਿੰਤਾ 'ਚ ਡੱਕੋ ਡੋਲੇ ਖਾ ਰਹੇ ਸਨ। 3 ਦਿਨ ਬੀਤ ਗਏ। ਅਖੀਰ ਕੁਲਦੀਪ ਨੇ ਆਪ ਹੀ ਅਹਿਮਦ ਖਾਂ ਨੂੰ ਕਿਹਾ, ਅਹਿਮਦ ਖਾਂ, ਤੁਸੀਂ ਹੁਣ ਜਾਓ ਤੇ ਮੈਨੂੰ ਮੇਰੀ ਕਿਸਮਤ 'ਤੇ ਛੱਡ ਦਿਓ। ਅਹਿਮਦ ਦੇ ਕੁਝ ਕਹਿਣ ਤੋਂ ਪਹਿਲਾਂ ਜ਼ੁਬੈਦਾ ਬੋਲੀ, ਭਰਾ ਜੀ, ਅਸੀਂ ਕਸਾਈ ਤੇ ਨਹੀਂ ਕਿ ਤੁਹਾਨੂੰ ਤੇ ਨਿਆਣੇ ਨੂੰ ਇਸ ਹਾਲਤ 'ਚ ਛੱਡ ਕੇ ਚਲੇ ਜਾਈਏ। ਇਸ ਵਾਕ ਨੇ ਕੁਲਦੀਪ ਦੇ ਦੁਖੀ ਹਿਰਦੇ ਨੂੰ ਕਿੰਨਾ ਸੁੱਖ ਦਿੱਤਾ, ਇਹਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਕੁਲਦੀਪ ਨੇ ਜ਼ੁਬੈਦਾ ਦਾ ਹੱਥ ਫੜ ਕੇ ਆਪਣੇ ਮੱਥੇ ਨੂੰ ਲਾਉਂਦਿਆਂ ਕਿਹਾ, ਭਰਜਾਈ, ਅੱਜ ਤੂੰ ਮੈਨੂੰ ਭੈਣ ਦੇ ਰੂਪ 'ਚ ਦਿਸ ਰਹੀ ਹੈ। ਤੁਸੀਂ ਜੇ ਹੋਰ 2-4 ਦਿਨ ਨਾ ਆਉਂਦੇ ਤਾਂ ਇਸ ਬੱਚੇ ਨੇ ਕਿਸੇ ਯਤੀਮਖਾਨੇ 'ਚ ਹੋਣਾ ਸੀ। ਜ਼ੁਬੈਦਾ ਦੇ ਮੂੰਹੋਂ ਇਹਦੇ ਉੱਤਰ 'ਚ ਕੁਝ ਨਹੀਂ ਨਿਕਲ ਸਕਿਆ। ਉਹਦਾ ਗਲਾ ਭਰ ਆਇਆ, ਅੱਖਾਂ ਡੁੱਬ ਆਈਆਂ। ਉਹਨੇ ਕੁਲਦੀਪ ਦਾ ਸਿਰ ਦੋਹਾਂ ਬਾਹਾਂ 'ਚ ਲੈ ਕੇ ਚੁੰਮਿਆ। ਮਾਤ ਲਿੰਗਨ ਦੇ ਨਿੱਘ ਨੂੰ ਅਨੁਭਵ ਕਰਦਾ ਹੋਇਆ ਕੁਲਦੀਪ ਫਿਰ ਬੋਲਿਆ, ਕਾਕੇ ਨੂੰ ਤੁਸੀਂ ਨਾਲ ਲਈ ਜਾਓ। ਅੱਜ ਤੋਂ ਮੈਂ ਇਹਨੂੰ ਤੁਹਾਡੀ ਗੋਦੀ ਪਾਉਣਾ। ਹੁਣ ਇਹ ਮੇਰਾ ਨਹੀਂ, ਤੁਹਾਡਾ ਪੁੱਤਰ ਹੈ। ਕਹਿੰਦਿਆਂ ਕੁਲਦੀਪ ਦੇ ਅੱਥਰੂ ਡਿੱਗ ਪਏ। ਉਹਨੇ ਕਾਕੇ ਨੂੰ ਪੰਘੂੜੇ 'ਚੋਂ ਚੁੱਕ ਕੇ ਜ਼ੁਬੈਦਾ ਦੀ ਗੋਦ 'ਚ ਲਿਟਾ ਦਿੱਤਾ। ਕੁਦਰਤ ਦੇ ਕਾਰਨਾਮੇ ਕਿੰਨੇ ਅਗਾਧ ਤੇ ਸਮਝ ਤੋਂ ਪਰੇ ਹਨ। ਉਹ ਫਲਦਾਰ ਦਰਖਤ ਨਾਲੋਂ ਟਹਿਣੀ ਕੱਟਦੀ ਹੈ ਤੇ ਅਫਲ ਰੁੱਖ ਨਾਲ ਪਿਉਂਦ ਕਰ ਦਿੰਦੀ ਹੈ। ਅਖੀਰੇ ਉਹ ਫੈਸਲਾ ਪ੍ਰਵਾਨ ਹੋਇਆ, ਪਰ ਇਹਦੇ ਨਾਲ ਹੀ ਇੱਕ ਗੱਲ ਲਈ ਕਾਫੀ ਚਿਰ ਝਗੜਾ ਹੁੰਦਾ ਰਿਹਾ। ਪਠਾਣੀ ਕੁਲਦੀਪ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ, ਪਰ ਕੁਲਦੀਪ ਇਸ 'ਤੇ ਰਜ਼ਾਮੰਦ ਨਹੀਂ ਸੀ। ਉਹ ਅਜੇ ਕੁਝ ਦਿਨ ਫਿਰ ਤੁਰ ਕੇ ਤਬੀਅਤ ਠੀਕ ਕਰਨੀ ਚਾਹੁੰਦਾ ਸੀ। ਨਾਲੇ ਅੰਮ੍ਰਿਤਸਰ ਤੋਂ ਲਿਆਂਦੀ ਹੋਈ 2000 ਦੀ ਬਜਾਜੀ ਅਜੇ ਉਸੇ ਤਰ੍ਹਾਂ ਬੰਦ ਪਈ ਸੀ ਤੇ ਮਾਲ ਬੱਧਾ ਵਧਾਇਆ ਉਹ ਕਿਸੇ ਵਪਾਰੀ ਨੂੰ ਦੇਣਾ ਚਾਹੁੰਦਾ ਸੀ। ਜਾਣ ਲੱਗਿਆ ਅਹਿਮਦ ਖਾਂ ਨੇ ਪਠਾਣੀ ਪਾਸੋਂ ਇੱਕ ਪ੍ਰਣ ਲਿਆ ਤੇ ਇੱਕ ਪ੍ਰਣ ਕੁਲਦੀਪ ਪਾਸੋਂ। ਜ਼ੁਬੈਦਾ ਨੂੰ ਉਹਨੇ ਕਿਹਾ, ਬੰਦੀਏ ਰੱਬ ਦੀਏ, ਜੇ ਬੱਚੇ ਨੂੰ ਲਿਆਈ ਤਾਂ ਅੱਲਾ ਦੇ ਉਸ ਰਸੂਲ ਦੀ ਕਸਮ ਖਾ ਕੇ ਇਕਰਾਰ ਕਰਕੇ ਅੱਜ ਤੋਂ ਤਮਾਕੂ ਤੇ ਗੋਸ਼ਤ ਨੂੰ ਘਰ 'ਚ ਨਹੀਂ ਵੜਨ ਦੇਂਗੀ। ਜਵਾਬ 'ਚ ਜ਼ੁਬੈਦਾ ਨੇ ਆਪਣੇ ਰਸੂਲ ਦੀ ਮੁਤਬਰਕ ਤਸਵੀਰ ਨੂੰ ਅੱਖਾਂ ਅੱਗੇ ਲਿਆ ਕੇ ਸਿਰ ਝੁਕਾ ਦਿੱਤਾ। ਇਸ ਤੋਂ ਬਾਅਦ ਕੁਲਦੀਪ ਪਾਸੋਂ ਉਹਨੇ ਪ੍ਰਣ ਲਿਆ ਕਿ ਉਹਨੇ ਜਿੱਥੇ ਵੀ ਜਾਣਾ ਹੋਏਗਾ ਪਹਿਲਾਂ ਉਹਨੂੰ ਮਿਲ ਕੇ ਜਾਏਗਾ। ਜ਼ੁਬੈਦਾ ਦਾ ਹਿਰਦਾ ਅੱਜ ਤੀਕ ਵਾਤਸਲ ਸਵਾਦ ਨਹੀਂ ਸੀ ਮਾਣ ਸਕਿਆ। ਇਸ ਵੇਲੇ ਬਲਜੀਤ ਨੂੰ ਗੋਦੀ 'ਚ ਲੈ ਕੇ ਉਹ ਵਾਤਸਲ ਦਾ ਰੂਪ ਹੀ ਬਣੀ ਹੋਈ ਸੀ। ਇਹ ਤੋਂ ਅਗਲੇ ਦਿਨ ਉਹ ਚਲੇ ਗਏ। ਕੁਲਦੀਪ ਦੀ ਛਾਤੀ 'ਤੇ ਇੱਕ ਭਾਰੀ ਬੋਝ ਉਤਰ ਗਿਆ। ਉਹਨੇ ਚੈਨ ਦਾ ਸਾਹ ਲਿਆ। ਕਾਕੇ ਬਾਬਤ ਜਿਹੜੀ ਚਿੰਤਾ ਉਹਨੂੰ ਅੱਠੇ ਪੈਰ ਖਾਈ ਜਾ ਰਹੀ ਸੀ, ਉਹ ਦੂਰ ਹੋਈ। ਅਹਿਮਦ ਖਾਂ ਹੋਰਾਂ ਦੇ ਜਾਣ ਦੀ ਢਿੱਲ ਸੀ ਕਿ ਇਹ ਘਰ ਉਹਨੂੰ ਮੂੰਹ ਪਾੜ ਕੇ ਖਾਣ ਨੂੰ ਆਉਂਦਾ। ਮਾਸੀ ਵੀ ਚਲੀ ਗਈ ਸੀ। ਹੁਣ ਘਰ 'ਚ ਉਹ ਸੀ ਤੇ ਜਾਂ ਮੁੰਡੂ, ਜਿਹੜਾ ਕਿਸੇ ਤਰ੍ਹਾਂ 2 ਵੇਲੇ ਗਿੱਲੀ ਸੁੱਕੀ ਰੋਟੀ ਸੇਕ ਦਿੰਦਾ ਸੀ, ਪਰ ਬੜੀ ਸੁਆਦਲੀ ਹੁੰਦੀ ਤਾਂ ਵੀ ਕੁਲਦੀਪ ਲਈ ਇੱਕੋ ਜਿਹੀ ਗੱਲ ਸੀ। ਉਹਦੀ ਭੁੱਖ ਜਾਂਦੀ ਰਹੀ ਸੀ। ਉਹਨੂੰ ਅਫਸੋਸ ਸੀ, ਪਛਤਾਵਾ ਸੀ, ਅਰਮਾਨ ਸੀ। ਅਫਸੋਸ ਆਪਣੀ ਅਕਲ ਉੱਤੇ ਕਿ ਮੂਰਖਤਾ ਦਾ ਸ਼ਿਕਾਰ ਹੋ ਕੇ ਅੱਜ ਉਸ ਆਪਣੀ ਜ਼ਿੰਦਗੀ ਦੇ ਸਾਰੇ ਪਾਸੇ ਹਨੇਰੇ ਕਰ ਲਏ। ਪਛਤਾਵਾ ਉਹਨੂੰ ਆਪਣੇ ਆਚਰਣ ਉੱਤੇ ਸੀ ਕਿ ਇੱਕ ਛੋਟੇ ਜਿਹੇ ਭੁਲੇਖੇ 'ਚ ਪੈ ਕੇ ਉਹਨੇ ਸਰੋਜ ਤੇ ਵਰਿਆਮ ਸਿੰਘ ਉੱਤੇ ਤੋਹਮਤਾਂ ਲਾਈਆਂ। ਉਹਨਾਂ ਦੀ ਬਦਚਲਣੀ ਦਾ ਢੰਡੋਰਾ ਗਲੀ ਮਹੱਲੇ ਫੇਰ ਦਿੱਤਾ। ਅਰਮਾਨ ਉਹਨੂੰ ਇਸ ਗੱਲ ਦਾ ਸੀ ਕਿ ਅੱਜ ਉਹਦਾ ਸਭ ਕੁਝ ਚਲਾ ਗਿਆ।
ਪਰ ਜੇ ਇੱਕ ਸਰੋਜ ਉਹਦੀ ਹੁੰਦੀ ਤਾਂ ਉਹ ਸੱਚਮੁੱਚ ਆਪਣੇ ਵਾਅਦੇ ਅਨੁਸਾਰ ਇਹਨਾਂ ਸਿਰ ਡੋਬੂ ਲਹਿਰਾਂ 'ਚੋਂ ਉਹਨੂੰ ਕੱਢ ਕੇ ਕੰਢੇ ਲਾ ਦਿੰਦੀ। ਕੁਲਦੀਪ ਦੇ ਦਿਲ ਤੋਂ ਪ੍ਰਕਾਸ਼ ਦਾ ਕੱਚਾ ਰੰਗ ਉਗਲਦਿਆਂ ਹੇਠੋਂ ਉਹੀ ਗੂੜਾ ਰੰਗ ਉਗੜਦਾ ਆ ਰਿਹਾ ਸੀ। ਸਰੋਜ ਦੇ ਚਿਰ ਸਥਾਈ ਪਿਆਰ ਦਾ ਪਿਛਲੀਆਂ ਹੋ ਬੀਤੀਆਂ ਗੱਲਾਂ ਇੱਕ ਵਾਰੀ ਫੇਰ ਉਹਦੇ ਹਿਰਦੇ 'ਚ ਪੁੰਗਰਨ ਲੱਗੀਆਂ। ਉਹਦਾ ਦਿਲ ਸਿਸਕ ਸਿਸਕ ਕੇ ਰੋ ਰਿਹਾ ਸੀ। ਸਰੋਜ ਨੇ ਉਹ ਦਿਨ ਰਾਤ ਵਾਲੇ ਵਾਕਾਂ ਨੂੰ ਯਾਦ ਕਰਕੇ, ਕੁਲਦੀਪ ਜੀ ਤੁਸੀਂ ਜਦੋਂ ਵੀ ਮੈਨੂੰ ਪੁਕਾਰੋਗੇ, ਉਹ ਸੋਚ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਇਸ ਲਾਇਕ ਰਹਿਣ ਦਿੱਤਾ ਹੈ ਕਿ ਉਹਨੂੰ ਪੁਕਾਰਾਂ। ਮੈਂ 7 ਜਨਮ ਧਾਰ ਕੇ ਵੀ ਆਪਣੇ ਆਪ ਨੂੰ ਉਹ ਨਹੀਂ ਬਣਾ ਸਕਦਾ ਜਿਸ ਦੀ ਪੁਕਾਰ ਸਰੋਜ ਦੇ ਦਿਲ 'ਤੇ ਕੁਝ ਅਸਰ ਕਰ ਸਕੇ। ਸਰੋਜ ਨੇ ਮੈਨੂੰ ਬਚਾਉਣ ਲਈ ਹੱਥ ਵਧਾਇਆ ਸੀ। ਮੈਂ ਉਹਨੂੰ ਝਟਕ ਦਿੱਤਾ। ਉਹਨੇ ਮੇਰੇ ਜ਼ਖਮਾਂ ਉੱਤੇ ਫਾਇਆ ਰੱਖਣ ਲਈ ਦਿਲ ਭੰਗਾਰ ਕੇ ਮੱਲਮ ਤਿਆਰ ਕੀਤੀ ਸੀ, ਪਰ ਮੈਂ ਕੂਲੇ ਤੋਂ ਕੂਲਾ ਫਾਇਆ ਰੱਖਣ ਲਈ ਵੀ ਚੀਸਾਂ ਪੈਂਦੀਆਂ ਨੇ ਕਹਿ ਕੇ ਆਪਣਾ ਜ਼ਖਮ ਲੁਕਾ ਲਿਆ। ਫਿਰ ਵੀ ਸ਼ਾਇਦ ਮੇਰੀਆਂ ਸਾਰੀਆਂ ਭੁੱਲਾਂ ਨੂੰ ਸਰੋਜ ਮਾਫ਼ ਕਰ ਦਿੰਦੀ, ਪਰ ਕੀ ਉਹ ਆਪ ਵੀ ਬਖਸ਼ਣ ਯੋਗ ਹੈ? ਜਿਹੜਾ ਮੈਂ ਵਰਿਆਮ ਸਿੰਘ, ਜਿਹਨੇ ਦੁਸ਼ਮਣਾਂ ਨਾਲ ਵੀ ਨੇਕੀ ਕੀਤੀ, ਜਿਹਦੀ ਜ਼ਿੰਦਗੀ ਦਾ ਹਰ ਇੱਕ ਸਵਾਸ ਸੇਵਾ ਲਈ ਵਕਫ ਹੈ। ਕਾਸ਼ ਮੈਨੂੰ ਵੇਲੇ ਸਿਰ ਹੋਸ਼ ਆਉਂਦੀ। ਕੁਲਦੀਪ ਨੇ ਨਜ਼ਰ ਭਰ ਕੇ ਆਪਣੇ ਚੁਫੇਰੇ ਤੱਕਿਆ। ਆਪਣੇ ਕੀ ਕੋਈ ਖਿੱਚ ਬਾਕੀ ਸੀ ਜਿਹੜੀ ਇਸ ਵੇਲੇ ਉਹਨੂੰ ਆਪਣੇ ਵੱਲ ਖਿੱਚ ਸਕਦੀ? ਸਿਰਫ 2 ਹਸਤੀਆਂ ਸਨ, ਅਹਿਮਦ ਖਾਨ ਤੇ ਜ਼ੁਬੈਦਾ। ਪਰ ਉਹ ਜਿੰਨਾ ਕੁ ਭਾਰ ਚੁੱਕ ਸਕਦੇ ਸਨ, ਕੁਲਦੀਪ ਉਹਨਾਂ ਕੁ ਉਹਨਾਂ ਦੇ ਮੋਢਿਆਂ 'ਤੇ ਰੱਖ ਚੁੱਕਾ ਸੀ। ਬਲਕਿ ਉਹਨੇ ਕੁਲਦੀਪ ਦੇ ਘਰ ਬਾਹਰ ਛੱਡ ਕੇ ਚਲੇ ਜਾਣ ਦਾ ਰਸਤਾ ਹੋਰ ਵੀ ਸਾਫ਼ ਕਰ ਦਿੱਤਾ। ਅੱਗੇ ਬੱਚੇ ਦੀ ਚਿੰਤਾ ਉਹਦੇ ਰਸਤੇ 'ਚ ਰੁਕਾਵਟ ਸੀ, ਹੁਣ ਉਹ ਵੀ ਦੂਰ ਹੋ ਗਈ ਤੇ ਕੁਲਦੀਪ ਇਸ ਵੇਲੇ ਆਜ਼ਾਦ ਸੀ, ਜਿੱਥੇ ਚਾਹੇ ਚਲਾ ਜਾਏ। ਇਸੇ ਘੜੀ ਤੋਂ ਉਹਨੇ ਚਲੇ ਜਾਣ ਦਾ ਇਰਾਦਾ ਕਰ ਲਿਆ ਤੇ ਸਭ ਕੁਝ ਵੇਚਣਾ ਸ਼ੁਰੂ ਕਰ ਲਿਆ। 2-3 ਦਿਨਾਂ 'ਚ ਹੀ ਉਹ ਸਭ ਪਾਸਿਆਂ ਤੋਂ ਵਿਹਲਾ ਹੋ ਬੈਠਾ। ਸਭ ਕੁਝ ਵੇਚ ਵੱਟ ਕੇ ਉਸ ਪਾਸ 12,000 ਰੁਪਇਆ ਇਸ ਵੇਲੇ ਮੌਜੂਦ ਸੀ। ਉਹਨੇ ਬੈਂਕ 'ਚ ਜਾ ਕੇ 10,000 ਜਮ੍ਹਾਂ ਕਰਾਤਾ, ਬਾਕੀ 2,000 ਆਪਣੇ ਕੋਲ ਰੱਖ ਲਿਆ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਅੰਦਰੇ ਅੰਦਰ ਕੁਲਦੀਪ ਨੇ ਇੰਨੀ ਛੇਤੀ ਜਾਣ ਦੀ ਤਿਆਰੀ ਕਰ ਲਈ ਹੈ। ਕਿਹੜੇ ਪਾਸੇ ਜਾਣ ਦੀ, ਇਹਦਾ ਕੁਲਦੀਪ ਅਜੇ ਤੀਕ ਨਿਸ਼ਚਾ ਨਹੀਂ ਸੀ ਕਰ ਸਕਿਆ। ਨਾ ਹੀ ਇਹਦੀ ਉਹਨੂੰ ਲੋੜ ਸੀ। ਉਹ ਚਲਾ ਜਾਣਾ ਚਾਹੁੰਦਾ ਸੀ ਕਿਸੇ ਐਸੇ ਥਾਂ ਜਿੱਥੇ ਜਾ ਕੇ ਉਹਨੂੰ ਪਿਛਲਾ ਸਭ ਕੁਝ ਭੁੱਲ ਜਾਏ। ਰਾਤ ਦੇ 8 ਵੱਜ ਚੁੱਕੇ ਸਨ। ਕੁਲਦੀਪ ਨੇ ਨੌਕਰ ਨੂੰ ਭੇਜ ਕੇ ਇੱਕ ਕਬਾੜੀਏ ਨੂੰ ਸੱਦਿਆ। ਘਰ ਦਾ ਬਾਕੀ ਸਮਾਨ ਛੋਟੇ ਇੱਕ ਟਰੰਕ ਤੇ ਬਿਸਤਰੇ ਤੋਂ ਜੋ ਵੀ ਮੁੱਲ ਮਿਲਿਆ ਲੈ ਕੇ ਉਹਦੇ ਹਵਾਲੇ ਕਰ ਦਿੱਤਾ। ਮਕਾਨ ਦਾ ਕਿਰਾਇਆ ਤੇ ਮੁੰਡੂ ਦੀ ਤਨਖਾਹ ਉਸ ਚੁਕਾ ਦਿੱਤੀ ਤੇ ਉਤਲੀ ਬਾਰੀ 'ਚ ਖਲੋ ਕੇ ਟਾਂਗੇ ਵਾਲੇ ਨੂੰ ਆਵਾਜ਼ ਮਾਰੀ। ਟਾਂਗਾ ਹੇਠਾਂ ਬੂਹੇ ਅੱਗੇ ਆ ਕੇ ਖੜਾ ਹੋ ਗਿਆ। ਮੁੰਡੂ ਨੇ ਵਾਰੋ ਵਾਰੀ ਬਿਸਤਰਾ ਤੇ ਟਰੰਕ ਉਤਾਰ ਕੇ ਟਾਂਗੇ 'ਚ ਰੱਖ ਦਿੱਤਾ। ਕੁਲਦੀਪ ਕੋਟ ਪਹਿਨ ਕੇ ਹੇਠਾਂ ਉਤਰਿਆ, ਟਾਂਗੇ 'ਚ ਬੈਠ ਗਿਆ। ਮੁੰਡੂ ਸਤਿ ਸ੍ਰੀ ਅਕਾਲ ਕਹਿ ਕੇ ਆਪਣੇ ਡੇਰੇ ਚਲਾ ਗਿਆ, ਜਿੱਥੇ ਉਹਦੇ ਸਾਥੀ ਪਹਾੜੀਏ ਰਹਿੰਦੇ ਸਨ। ਕੋਚਵਾਨ ਨੇ ਰਾਸਾਂ ਝਟਕੀਆਂ, ਟਾਂਗਾ ਟੁਰ ਪਿਆ। ਕੁਲਦੀਪ ਨੇ ਛੇਕੜਲੀ ਵੇਰਾਂ ਨਜ਼ਰ ਭਰ ਕੇ ਚੁਬਾਰੇ ਦੀ ਬਾਰੀ ਵੱਲ ਤੱਕਿਆ। ਉਹਨੂੰ ਜਾਪਿਆ ਜਿਵੇਂ ਅੱਜ ਵੀ ਸਤਵੰਤ ਬਾਰੀ 'ਚ ਖੜੀ ਉਸ ਵੱਲ ਵੇਖ ਰਹੀ ਹੈ। ਟਾਂਗਾ ਤੁਰਿਆ ਹੀ ਸੀ ਕਿ ਇੱਕ ਵਾਰੀ ਫੇਰ ਉਹੀ ਸਰੋਜ ਦੀ ਆਵਾਜ਼ ਉਹਦੇ ਦਿਮਾਗ 'ਚ ਗੂੰਜੀ। ਤੁਸੀਂ ਜਦੋਂ ਵੀ ਮੈਨੂੰ ਅੱਡੇ ਤੋਂ ਲੈ ਕੇ ਰੇਲਵੇ ਸਟੇਸ਼ਨ 'ਤੇ ਪਹੁੰਚਦਿਆਂ ਤੀਕ ਉਹਦੀਆਂ ਅੱਖਾਂ ਅੱਗੇ ਸਰੋਜ ਹੀ ਫਿਰਦੀ ਰਹੀ। ਮੱਸਿਆ ਦੀ ਘੁੱਪ ਹਨੇਰੀ ਰਾਤ ਵਿੱਚ ਜਦ ਹੱਥ 'ਤੇ ਹੱਥ ਮਾਰਿਆ ਨਾ ਦਿਸਦਾ ਹੋਵੇ, ਦੂਰੋਂ ਆ ਰਹੀ ਟਟਹਿਣੀ ਦੀ ਲੋ ਵੀ ਸਾਨੂੰ ਲਾਲਟਨ ਜਿੰਨਾ ਚਾਨਣ ਦਿੰਦੀ ਮਾਲੂਮ ਹੁੰਦੀ ਹੈ। ਸਰੋਜ ਵੱਲੋਂ ਹੁਣ ਕੁਲਦੀਪ ਨੂੰ 100 ਵਿਸਵੇ ਨਿਰਾਸਤਾ ਹੋ ਚੁੱਕੀ ਸੀ, ਪਰ ਇਸ ਨਿਰਾਸਤਾ ਦੇ ਹਨੇਰੇ 'ਚ ਉਹਦਾ ਉਹ ਅੰਤਮ ਵਾਕ, ਤੁਸੀਂ ਜਦੋਂ ਵੀ ਮੈਨੂੰ ਪੁਕਾਰੋਗੇ, ਉਹਨੂੰ ਟਟਹਿਣੀ ਜਿੰਨੀ ਰੌਸ਼ਨੀ ਦਾ ਆਭਾਸ ਦੇ ਰਹੀ ਸੀ। ਇਸ ਰਤਾ ਜਿੰਨੇ ਟਿਮਕਣੇ ਦੀ ਲੋ ਵਿੱਚ ਹੀ ਉਹਨੂੰ ਕੁਝ ਦਿਸ ਪੈਣ ਦੀ ਆਸ ਬੱਝ ਰਹੀ ਸੀ। ਉਹ ਸੋਚ ਰਿਹਾ ਸੀ, ਸਰੋਜ ਦਾ ਹਿਰਦਾ ਬੜਾ ਵਿਸ਼ਾਲ ਹੈ, ਹੋ ਸਕਦਾ ਉਸ 'ਚ ਅਜੇ ਵੀ ਮੇਰੇ ਲਈ ਕੁਝ ਥਾਂ ਹੋਵੇ ਜਾਂ ਮੈਨੂੰ ਬਖਸ਼ ਦੇਣ ਦੀ ਗੁੰਜਾਇਸ਼ ਹੋਵੇ। ਜਾਣ ਤੋਂ ਪਹਿਲਾਂ ਜੇ ਇੱਕ ਵਾਰੀ ਮੈਂ ਉਹਨੂੰ ਮਿਲ ਲੈਂਦਾ ਤਾਂ ਕੀ ਹਰਜ਼ ਸੀ। ਤੇ ਨਿੱਕਾ ਜਿਹਾ ਖਿਆਲ ਜਿਉਂ ਵਧਣਾ ਸ਼ੁਰੂ ਹੋਇਆ ਕਿ ਸੱਚਮੁੱਚ ਇੱਕ ਵੱਡੀ ਆਸ ਦਾ ਰੂਪ ਬਣ ਕੇ ਕੁਲਦੀਪ ਦੇ ਰਸਤੇ 'ਚ ਅੜ ਖਲੋਤਾ। ਟਾਂਗਾ ਸਟੇਸ਼ਨ 'ਤੇ ਜਾ ਰੁਕਿਆ। ਅਸਬਾਬ ਚੁੱਕਣ ਲਈ ਕਈ ਕੁਲੀ ਉਹਦੇ ਦੁਆਲੇ ਆ ਇਕੱਠੇ ਹੋਏ, ਪਰ ਕੁਲਦੀਪ ਨੇ ਸਭ ਨੂੰ ਮੋੜ ਦਿੱਤਾ ਤੇ ਕੋਚਵਾਨ ਨੂੰ ਕਿਹਾ, ਟਾਂਗਾ ਪਿੱਛੇ ਮੋੜ, ਮੈਂ ਕੁਝ ਭੁੱਲ ਆਇਆ। ਟਾਂਗਾ ਫੇਰ ਉਸੇ ਸੜਕ ਪਿੱਛਾਂ ਮੁੜ ਆਇਆ। ਅੰਗ 34। ਕਈ ਦਿਨ ਹੋ ਗਏ ਪਰ ਵਰਿਆਮ ਸਿੰਘ ਅਜੇ ਤੱਕ ਨਹੀਂ ਸੀ ਮੁੜਿਆ। ਸਰੋਜ ਨੇ ਸਾਰੇ ਦਿਨ ਘੜੀਆਂ ਗਿਣ ਕੇ ਬਿਤਾਏ ਸਨ, ਇਸ ਲਈ ਕਿ ਵਰਿਆਮ ਸਿੰਘ ਹੁਣ ਉਸ ਲਈ ਇੱਕ ਵੱਡਮੁੱਲੀ ਚੀਜ਼ ਸੀ, ਬਲਕਿ ਉਹਦੇ ਜੀਵਨ ਦੀ ਪੂੰਜੀ। ਲੰਮੀ ਉਡੀਕ ਤੋਂ ਪਿੱਛੋਂ ਅੱਜ ਵਰਿਆਮ ਸਿੰਘ ਦਾ ਇੱਕ ਖੱਤ ਉਹਨੂੰ ਮਿਲਿਆ, ਜਿਹੜਾ ਦਿੱਲੀ ਤੋਂ ਲਿਖਿਆ ਸੀ। ਇਸ 'ਚ ਬੜੀ ਨਿਰਾਸਤਾ ਪ੍ਰਗਟ ਕੀਤੀ ਸੀ ਕਿ ਜਿਸ ਪ੍ਰਕਾਸ਼ ਨੂੰ ਲੱਭਣ ਲਈ ਉਹਨੇ ਇੰਨਾ ਤਰੱਦਦ ਕੀਤਾ, ਉਹਦੀ ਕੋਈ ਉਗ ਸੁਗ ਉਹਨੂੰ ਨਹੀਂ ਮਿਲੀ।
ਇਸ ਤੋਂ ਛੁੱਟ ਉਸ ਖੱਤ 'ਚ ਇਹ ਵੀ ਲਿਖਿਆ ਸੀ ਕਿ 2-3 ਦਿਨ ਹੋਰ ਢੂੰਡ ਭਾਲ ਕਰਕੇ ਉਹ ਵਾਪਸ ਆ ਜਾਏਗਾ। ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣਾ ਜੀਵਨ ਤੇ ਸਾਰੀ ਵਫਾ ਆਪਣੀ ਦੇਵੀ ਦੇ ਚਰਨਾਂ 'ਚ ਭੇਟਾ ਕਰਨ ਲਈ ਸਰੋਜ ਦੇ ਘਰ ਆਏਗਾ। ਪ੍ਰਕਾਸ਼ ਦੇ ਚਲੇ ਜਾਣ ਦੀ ਖਬਰ ਉਹ ਇਸ ਤੋਂ ਪਹਿਲਾਂ ਹੀ ਸੁਣ ਚੁੱਕੀ ਸੀ। ਕੁਲਦੀਪ ਨੂੰ ਇਕੱਠੀਆਂ 2 ਸੱਟਾਂ, ਇੱਕ ਪਤਨੀ ਦੇ ਚਲੇ ਜਾਣ ਦੀ, ਦੂਜੀ ਮਾਂ ਦੀ ਮੌਤ। ਸਰੋਜ ਉਹਦੇ ਦੁੱਖ ਨੂੰ ਦਿਲੋਂ ਅਨੁਭਵ ਕਰ ਰਹੀ ਸੀ। ਇਸ ਅਨੁਭਵਤਾ ਨੇ ਕੁਝ ਚਿਰ ਲਈ ਉਹਦਾ ਗੁੱਸਾ ਦੂਰ ਕਰ ਦਿੱਤਾ, ਪਰ ਝਟਪਟ ਹੀ ਕੁਲਦੀਪ ਦੇ ਕਠੋਰ ਵਰਤਾਓ ਦੀ ਤਸਵੀਰ ਉਹਦੀਆਂ ਅੱਖਾਂ ਅੱਗੇ ਫਿਰ ਗਈ। ਵਰਿਆਮ ਸਿੰਘ ਦੀ ਚਿੱਠੀ ਆਉਣ ਤੋਂ ਬਾਅਦ ਇਹ 3 ਦਿਨ ਸਰੋਜ ਲਈ 3 ਸਾਲਾਂ ਬਰਾਬਰ ਹੋ ਗਏ। ਉਹ ਘੜੀਆਂ ਪਲ ਗਿਣ ਕੇ ਵਕਤ ਬਿਤਾ ਰਹੀ ਸੀ। ਉਡੀਕ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਹਨ ਤੇ ਇਹਨਾਂ ਨੂੰ ਬਿਤਾਉਣ ਦੇ 2 ਤਰੀਕੇ ਹੁੰਦੇ ਹਨ, ਗੱਪਾਂ ਮਾਰਨੀਆਂ ਜਾਂ ਪੜ੍ਹਨਾ ਲਿਖਣਾ। ਗੱਲਾਂ ਕਰਨ ਵਾਲਾ ਸਰੋਜ ਦੇ ਕੋਲ ਇਸ ਵੇਲੇ ਕੋਈ ਹੈ ਨਹੀਂ ਸੀ। ਰਦੀਆ ਨਾਲ ਕੁਝ ਦਿਨ ਉਹਦਾ ਦਿਲ ਚੰਗਾ ਪਰਚਿਆ ਰਿਹਾ ਸੀ, ਪਰ ਉਹਨੂੰ ਸਰੋਜ ਨੇ ਕਿਸੇ ਹੋਰ ਘਰ 'ਚ ਰਖਾ ਦਿੱਤਾ ਸੀ। ਸ਼ਾਮ ਦਾ ਵੇਲਾ ਸੀ। ਬਾਊ ਗੰਗਾ ਵਿਸ਼ਨ ਦੀ ਅੱਖ ਲੱਗ ਗਈ। ਵਕਤ ਨਾਮ ਬੀਤਦਾ ਵੇਖ ਸਰੋਜ ਕਿਤਾਬਾਂ ਵਾਲੀ ਅਲਮਾਰੀ ਫੋਲਣ ਲੱਗ ਪਈ। ਕਈ ਕਿਤਾਬਾਂ ਉਹਨੇ ਚੁੱਕੀਆਂ, ਕਈ ਫੋਲੀਆਂ, ਪਰ ਕਿਸੇ ਨੂੰ ਪੜ੍ਹਨ 'ਤੇ ਉਹਦਾ ਦਿਲ ਨਾ ਕੀਤਾ। ਫਿਰ ਉਹਨੂੰ ਖਿਆਲ ਆਇਆ, ਕਵਿਤਾ ਜਾਂ ਕਹਾਣੀਆਂ ਲਿਖੀਆਂ ਮੈਨੂੰ ਮੁੱਦਤਾਂ ਹੀ ਬੀਤ ਗਈਆਂ ਨੇ। ਮੈਂ ਇੰਨਾ ਚੰਗਾ ਲਿਖਦੀ ਸਾਂ, ਸਭ ਕੁਝ ਜਾਂਦਾ ਰਿਹਾ। ਮੈਂ ਇੰਨੀ ਗਈ ਗੁਜ਼ਰੀ ਹੋ ਗਈ, ਅੱਜ ਕੋਈ ਕਹਾਣੀ ਲਿਖ ਵੇਖਾਂ। ਇਹ ਖਿਆਲ ਕਰਦਿਆਂ ਉਹਨੇ ਆਪਣੀ ਪੁਰਾਣੀ ਕਾਪੀ ਕਿਤਾਬਾਂ ਦੇ ਹੇਠੋਂ ਖਿੱਚ ਕੇ ਕੱਢਣ ਲੱਗਿਆਂ ਇੱਕ ਛੋਟੀ ਜਿਹੀ ਤਸਵੀਰ ਗੋਲ ਪੂਣੀ ਹੋਈ ਹੇਠਾਂ ਡਿੱਗ ਪਈ। ਸਰੋਜ ਨੇ ਉਸ ਤਸਵੀਰ ਨੂੰ ਜਿਉਂ ਹੀ ਚੁੱਕ ਕੇ ਵੇਖਿਆ ਕਿ ਤਸਵੀਰ ਨਾਲ ਕੁਝ ਚਿਰ ਲਈ ਉਹ ਆਪ ਵੀ ਤਸਵੀਰ ਹੀ ਬਣ ਗਈ। ਕਿੰਨਾ ਹੀ ਚਿਰ ਉਹ ਤੋਂ ਨਜ਼ਰ ਨਾ ਹਟਾ ਸਕੀ। ਇਹ ਕੁਲਦੀਪ ਦੇ ਨਿੱਕੇ ਹੁੰਦਿਆਂ ਦੀ ਫੋਟੋ ਸੀ, ਜਿਹੜੀ ਕਦੀ ਉਹਨੇ ਸਰੋਜ ਨੂੰ ਭੇਟ ਕੀਤੀ ਸੀ। ਉਹਦੇ ਹੇਠਾਂ ਇਹ ਅੱਖਰ ਲਿਖੇ ਸਨ, ਆਪਣੀ ਸਰੋਜ ਨੂੰ। ਸੱਚਮੁੱਚ ਇਸ ਵੇਲੇ ਦੋਵੇਂ ਹੀ ਤਸਵੀਰਾਂ ਸਨ, ਤਸਵੀਰ ਵੀ ਤੇ ਸਰੋਜ ਵੀ। ਵਰ੍ਹਿਆਂ ਦੀਆਂ ਖਾਈਆਂ ਨੂੰ ਲੰਮੀਆਂ ਲਾਂਘਾਂ ਨਾਲ ਟੱਪਦਾ ਹੋਇਆ ਉਹਦਾ ਮਨ ਬਾਲਪੁਣੇ ਦੇ ਦੇਸ਼ ਜਾ ਪੁੱਜਾ। ਉਹ ਕੁਲਦੀਪ ਨਾਲ ਖੇਡ ਰਹੀ ਸੀ, ਅੰਤ 'ਚ ਗਾ ਰਹੀ ਸੀ ਇਹ ਗੀਤ, ਮੋਹਿਨਾ ਤੇਰੇ ਨੈਨੋਂ ਕੀ ਸੇਨਨ ਨੇ, ਮੋਹਿ ਪ੍ਰੇਮ ਕਾ ਤੀਰ ਪਰੋਹੀ ਦਿਓ। ਇਹ ਉਹੀ ਗੀਤ ਸੀ ਜਿਹੜਾ ਨਿੱਕੇ ਹੁੰਦਿਆਂ ਦੋਵੇਂ ਰਲ ਕੇ ਗਾਇਆ ਕਰਦੇ ਸਨ। ਸਰੋਜ ਦੀ ਵਾਇਲਨ ਨੇ ਇਸ ਗੀਤ ਨੂੰ ਹੋਰ ਵੀ ਦਿਲ ਖਿੱਚਵਾਂ ਬਣਾ ਦਿੰਦੀ ਸੀ। ਤਸਵੀਰ ਸਰੋਜ ਦੇ ਹੱਥ 'ਚ ਸੀ। ਉਹ ਅੱਜ ਕਈ ਵਰ੍ਹਿਆਂ ਪਿੱਛੋਂ ਉਹੀ ਪੁਰਾਣਾ ਗੀਤ ਗਾ ਰਹੀ ਸੀ, ਮੋਹਿਨਾ ਤੇਰੇ ਨੈਨੋਂ ਕੀ। ਉਹ ਗਾ ਰਹੀ ਸੀ ਤੇ ਵੇਖ ਰਹੀ ਸੀ ਇੱਕ ਬੀਤਿਆ ਹੋਇਆ ਸਵਰਗ ਸੰਸਾਰ। ਗਾਉਂਦਿਆਂ ਜਿਵੇਂ ਅਚਾਨਕ ਉਹਦੀ ਜਾਗ ਖੁੱਲ੍ਹ ਗਈ। ਦਿਲ ਦੇ ਗਗਨਾਂ 'ਚ ਜਿੱਥੇ ਹੁਣੇ ਪਿਆਰ ਦੇ ਬੱਦਲ ਮੰਡਰਾ ਰਹੇ ਸਨ, ਨਫ਼ਰਤ ਦੀ ਬਿਜਲੀ ਕੜਕ ਉੱਠੀ। ਤਸਵੀਰ ਮਰੋੜ ਕੇ ਤੇ ਫਿਰ ਪੁਰਜੇ ਕਰਕੇ ਉਹਨੇ ਬਾਰੀ ਹੇਠੋਂ ਸੁੱਟ ਦਿੱਤੀ। ਫਿਰ ਕਾਪੀ ਲੈ ਕੇ ਬੂਹੇ ਵੱਲ ਪਿੱਠ ਕਰਕੇ ਕੁਰਸੀ 'ਤੇ ਬੈਠ ਗਈ। ਵਰਕੇ ਫੋਲਦੀ ਹੋਈ ਨਾਲੋਂ ਨਾਲ ਕਹਾਣੀ ਦਾ ਕੋਈ ਪਲਾਟ ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹਦੇ ਦਿਮਾਗ 'ਚ ਬਰਾਬਰ ਕੁਲਦੀਪ ਘੁੰਮ ਰਿਹਾ ਸੀ। ਇੱਕ ਵਾਰੀ ਫਿਰ ਉਹੀ ਗੀਤ ਅਚਿੰਤੇ ਹੀ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ, ਮੋਹਿਨਾ ਤੇਰੇ ਨੈਨੋਂ ਕੀ ਸੈਨਨ ਨੇ। ਤੇ ਜਦੋਂ ਅੰਤਰੇ ਦੀ ਤੁਕ ਮੋਹਿਨਾ ਤੋਂ ਤੇਰੇ ਦੁਆਰ ਖੜੀ ਮੋਹਿ ਮੰਗੀ ਨਾ ਦੇਵੋਗੇ ਇੱਕ ਘੜੀ ਗਾ ਰਹੀ ਸੀ। ਉਹਨੂੰ ਜਾਪਿਆ ਜਿਵੇਂ ਉਹਦੇ ਨਾਲ ਉਦੋਂ ਵਾਲਾ ਬਾਲ ਕੁਲਦੀਪ ਗਾ ਰਿਹਾ ਹੈ। ਪਹਿਲਾਂ ਤਾਂ ਉਹਨੂੰ ਇਹ ਆਵਾਜ਼ ਕਲਪਤ ਜਾਪੀ, ਪਰ ਫਿਰ ਉਹਨੂੰ ਭਰਮ ਪਿਆ ਜਿਵੇਂ ਸੱਚਮੁੱਚ ਕਮਰੇ ਦੀ ਦਹਿਲੀਜ਼ 'ਚ ਖੜਾ ਕੋਈ ਉਹਦੀ ਸੁਰ 'ਚ ਸੁਰ ਰਲਾ ਕੇ ਗਾ ਰਿਹਾ ਹੈ। ਮੋਹਿਨਾ ਮੈਂ ਤਾਂ ਤੇਰੇ ਦੁਆਰ ਖੜੀ ਮੋਹਿ ਮੰਗੀ ਨਾ ਦੇਵੋਗੇ ਇੱਕ ਘੜੀ। ਸਰੋਜ ਨੇ ਪਿਛਾਂਹ ਪਰਤ ਕੇ ਤੱਕਿਆ। ਸੱਚਮੁੱਚ ਕੋਈ ਉੱਥੇ ਖੜਾ ਗਾ ਰਿਹਾ ਸੀ। ਇਹ ਕੁਲਦੀਪ ਸੀ। ਸਰੋਜ ਨੇ ਦੂਜੀ ਵਾਰ ਹੋਰ ਧਿਆਨ ਨਾਲ ਵੇਖਿਆ, ਕੁਲਦੀਪ ਹੀ ਸੀ। ਉਹਦਾ ਦਿਲ ਕ੍ਰੋਧ ਨਾਲ ਧੜਕਣ ਲੱਗ ਪਿਆ। ਕਿ ਕ੍ਰੋਧ ਤੋਂ ਛੁੱਟ ਕਿਸੇ ਹੋਰ ਮਨੋਭਾਵ ਨਾਲ ਵੀ ਉਹਦਾ ਨਿਰੂਪਣ ਕੌਣ ਕਰੇ। ਠੋਸ ਚੀਜ਼ਾਂ ਸਾਡੀਆਂ ਸਥੂਲ ਅੱਖਾਂ ਨਾਲ ਦਿਸਦੀਆਂ ਹਨ, ਪਰ ਸੂਖਮ ਚੀਜ਼ਾਂ ਮਨ ਦੀਆਂ ਅੱਖਾਂ ਨਾਲ ਵੀ ਸਾਫ਼ ਦਿਖਾਈ ਨਾ ਦੇ ਸਕਦੀਆਂ ਹੋਣ, ਉਹਨਾਂ ਦਾ ਨਿਰੂਪਣ ਕੋਈ ਕਿਵੇਂ ਕਰੇ। ਤੀਜੀ ਵਾਰ ਫਿਰ ਉਹਨੇ ਕੁਲਦੀਪ ਨੂੰ ਸਿਰ ਤੋਂ ਪੈਰਾਂ ਤੱਕ ਤੱਕਿਆ। ਉੱਠ ਕੇ ਖੜੀ ਹੋ ਗਈ। ਕ੍ਰੋਧ ਨਾਲ ਉਹਦਾ ਅੰਗ ਕੰਬ ਰਿਹਾ ਸੀ, ਪਰ ਉਹਦੇ ਮੂੰਹੋਂ ਕੁਝ ਨਾ ਨਿਕਲ ਸਕਿਆ। ਕੁਲਦੀਪ ਕਿਉਂ ਆਇਆ? ਇਹਦਾ ਉੱਤਰ ਜ਼ਬਾਨੀ ਸੁਣਨ ਦੀ ਥਾਂ ਸਰੋਜ ਨੇ ਉਹਦੇ ਚਿਹਰੇ ਤੋਂ ਪੜ੍ਹਨਾ ਚਾਹਿਆ। ਉਹ ਖੋਜ ਭਰੀ ਨਜ਼ਰ ਨਾਲ ਉਸ ਵੱਲ ਤੱਕੀ ਤੇ ਕੁਲਦੀਪ ਦੀਆਂ ਅੱਖਾਂ ਗਿੱਲੀਆਂ ਸਨ। ਬਿਨਾਂ ਜਾਣੇ ਉੱਠ ਕੇ ਕਹਿੰਦੀ ਹੋਈ ਇੱਕਦਮ ਕੁਲਦੀਪ ਵੱਲ ਵਧੀ। ਕੁੱਲ ਤੇ ਉਹਦਾ ਅਗਲਾ ਹਿੱਸਾ ਦੀਪ ਜੀ ਉਹਦੇ ਸੰਗ 'ਚ ਹੀ ਅਟਕ ਗਿਆ। ਸਰੋਜ ਨੂੰ ਆਪਣੇ ਵੱਲ ਆਉਂਦਿਆਂ ਤੱਕ ਕੇ ਕੁਲਦੀਪ ਨੇ ਦੋਹਾਂ ਹੱਥਾਂ ਨਾਲ ਆਪਣਾ ਚਿਹਰਾ ਕੱਜ ਲਿਆ। ਸਰੋਜ ਇੱਕ ਕਦਮ ਹੋਰ ਵਧੀ। ਕੁਲਦੀਪ ਜੀ। ਐਤਕੀ ਉਹ ਇਸ ਨਾਂ ਨੂੰ ਪੂਰਾ ਬੋਲ ਗਈ, ਪਰ ਇਹਦਾ ਉੱਤਰ ਉਹਨੂੰ ਕੋਈ ਨਾ ਮਿਲਿਆ। ਉਹਨੇ ਫਿਰ ਪੁਕਾਰਿਆ, ਕੁਲਦੀਪ ਜੀ। ਸਰੋਜ ਜੀ, ਮੈਂ ਆਪਣੀਆਂ ਭੁੱਲਾਂ
ਤੇ ਉਹ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗਾ। ਰੋਂਦਾ ਰੋਂਦਾ ਸਰੋਜ ਦੇ ਪੈਰਾਂ ਵੱਲ ਝੁਕ ਗਿਆ। ਸਰੋਜ ਨੇ ਉਹਨੂੰ ਬਾਹਾਂ ਤੋਂ ਫੜ ਕੇ ਉਠਾਇਆ ਤੇ ਕੁਰਸੀ ਤੇ ਬਿਠਾ ਦਿੱਤਾ। ਦੂਜੀ ਕੁਰਸੀ ਉੱਤੇ ਆਪ ਬੈਠ ਗਈ। ਉਹਨੂੰ ਸਾਰੇ ਗਿਲੇ ਸ਼ਿਕਵੇ ਭੁੱਲ ਚੁੱਕੇ ਸਨ। ਕੁਲਦੀਪ ਦੇ ਕੇਵਲ ਦੋਹਾਂ ਸ਼ਬਦਾਂ ਤੇ ਕੁਝ ਅਥਰੂਆਂ ਨੇ ਸਰੋਜ ਦੇ ਦਿਲ ਦੀ ਸਾਰੀ ਨਫ਼ਰਤ ਹੰਗਾਲ ਸੁੱਟੀ। ਪਰ ਇਹ ਹਾਲਤ ਝਟਪਟ ਬਦਲ ਗਈ ਜਦ ਉਹਨੂੰ ਵਰਿਆਮ ਸਿੰਘ ਨਾਲ ਕੀਤੇ ਗਏ ਕੁਲਦੀਪ ਦੇ ਅਨਿਆਂ ਦਾ ਖਿਆਲ ਆਇਆ। ਕੁਲਦੀਪ ਫਿਰ ਗਿੜਗਿੜਾਇਆ, ਸਰੋਜ ਜੀ, ਮੈਂ ਜਾਣਦਾ ਕਿ ਤੁਹਾਡੇ ਨਾਲ ਤੇ ਪਾਪਾ ਵਰਿਆਮ ਸਿੰਘ ਨਾਲ ਮੈਂ ਜੋ ਸਲੂਕ ਕੀਤਾ ਹੈ, ਇਸ ਲਈ ਮਾफ़ੀ ਦੀ ਗੁੰਜਾਇਸ਼ ਨਹੀਂ। ਫਿਰ ਵੀ ਮੈਂ ਜੇ ਤੁਹਾਡੇ ਪਾਸ ਆਉਣ ਦੀ ਦਲੇਰੀ ਕਰ ਸਕਿਆ ਤਾਂ ਇਸ ਲਈ ਕਿ ਤੁਹਾਡਾ ਮੇਰੇ ਨਾਲ ਇਕਰਾਰ ਸੀ ਕਿ ਕੋਮਲਤਾ ਦੀ ਪੁਤਲੀ ਸਰੋਜ ਦੇ ਦਿਲ 'ਚ ਕਿੱਥੇ ਇੰਨੀ ਤਾਕਤ ਸੀ ਕਿ ਹੰਝੂਆਂ ਦੇ ਇਸ ਦੋ ਧਾਰੇ ਹੜ ਅੱਗੇ ਠਹਿਰ ਸਕਦੀ। ਜਿਉਂ-ਜਿਉਂ ਕੁਲਦੀਪ ਬੋਲਦਾ ਜਾਂਦਾ ਸੀ, ਸਰੋਜ ਦੇ ਦਿਲ 'ਚ ਪਾਰੇ ਵਰਗੀ ਥਰ-ਥਰਾਹਟ ਪੈਦਾ ਹੁੰਦੀ ਜਾ ਰਹੀ ਸੀ। ਉਹਨੇ ਗੱਲ ਟੋਕ ਕੇ ਪੁੱਛਿਆ, ਇਕਰਾਰ? ਕੁਲਦੀਪ ਉਸੇ ਭਾਵਾਵੇਸ਼ 'ਚ ਬੋਲਿਆ, ਤੁਸੀਂ ਇੱਕ ਵਾਰੀ ਹਰੇ ਘਾਹ 'ਤੇ ਬੈਠ ਮੇਰੇ ਨਾਲ ਇਕਰਾਰ ਕੀਤਾ ਸੀ ਕਿ ਕੁਲਦੀਪ ਜੀ, ਤੁਸੀਂ ਜਦੋਂ ਵੀ ਮੈਨੂੰ ਪੁਕਾਰੋਗੇ ਮੈਂ ਆ ਕੇ ਤੁਹਾਨੂੰ ਲਹਿਰਾਂ 'ਚੋਂ ਕੱਢਣ ਦੀ ਕੋਸ਼ਿਸ਼ ਕਰਾਂਗੀ। ਸਰੋਜ ਦੀਆਂ ਅੱਖਾਂ ਅੱਗੇ ਉਹ ਰਾਤ ਸਰਪਟ ਦੌੜਦੀ ਹੋਈ ਇੱਕ ਵਾਰੀ ਫੇਰ ਲੰਘ ਗਈ, ਮਾਨੋ ਇਹ ਕੱਲ੍ਹ ਦੀ ਬੀਤ ਚੁੱਕੀ ਰਾਤ ਦਾ ਹੀ ਵਾਕਿਆ। ਕੁਲਦੀਪ ਜੀ, ਸਰੋਜ ਨੇ ਪੂਰੀ ਤਾਕਤ ਨਾਲ ਆਪਣੇ ਮਨ ਨੂੰ ਸੰਭਾਲਦਿਆਂ ਉੱਤਰ ਦਿੱਤਾ, ਖਿਮਾ ਕਰਨਾ, ਤੁਸੀਂ ਲਹਿਰਾਂ 'ਚ ਇੰਨੇ ਡੂੰਘੇ ਉਤਰ ਗਏ ਹੋ ਕਿ ਸਰੋਜ ਦਾ ਹੱਥ ਹੁਣ ਉੱਥੇ ਨਹੀਂ ਪਹੁੰਚ ਸਕਦਾ। ਤੇ ਫਿਰ ਮੈਨੂੰ ਆਸ ਨਹੀਂ ਰੱਖਣੀ ਚਾਹੀਦੀ। ਧੰਨਵਾਦ। ਚੱਲਦਾ।